ਲੋਕਾਂ ਨੇ ਆਜ਼ਾਦ ਉਮੀਦਵਾਰਾਂ ਨੂੰ ਵੋਟਾਂ ਦਿੱਤੀਆਂ। ਅਕਾਲੀ ਆਪ ਤੇ ਕਾਂਗਰਸ ਉਹਨਾਂ ਨੇ ਨਕਾਰ ਤੇ। ਇਹ ਤੁਸੀਂ ਦੇਖੋ ਇਲੈਕਸ਼ਨਾਂ ਵਾਲੇ ਦਿਨ ਸਾਡੇ ਘੱਟੋ ਘੱਟ 50-60% ਜਿਹੜੇ ਕੈਂਡੀਡੇਟ ਸੀ ਇਹਨੇ ਫੜ ਕੇ ਥਾਣਿਆਂ ਦੇ ਵਿੱਚ ਬੰਦ ਕਰਤੇ। ਬੂਥ ਤੇ ਤਾਂ ਕੋਈ ਬੰਦਾ ਨਹੀਂ, ਉਹਦੇ ਬਾਵਜੂਦ ਵੀ ਸਾਨੂੰ ਜਿਹੜੀਆਂ ਸੀਟਾਂ ਨੇ ਮੇਰਾ ਖਿਆਲ ਅਸੀਂ 25 ਤੋਂ 20-25% ਦਾ ਲਗਭਗ 30% ਵੀ ਹੋ ਸਕਦੇ ਨੇ, ਅਸੀਂ ਫੇਰ ਵੀ ਲੈ ਕੇ ਜਾਵਾਂਗੇ। ਕਾਂਗਰਸ ਇਲਜ਼ਾਮ ਲਾਉਂਦੀ ਹੈ ਕਿ ਅਕਾਲੀ ਦਲ ਨੇ 10 ਸਾਲ ਦਾ ਰਾਜ ਕੀਤਾ, ਇਹਨਾਂ ਨੇ ਖਜ਼ਾਨਾ ਖਾਲੀ ਕਰਤਾ, ਸਾਡੇ ਕੋਲ ਲੋਕਾਂ ਨੂੰ ਦੇਣ ਲਈ ਕੋਈ ਪੈਸਾ ਛੱਡਿਆ ਹੀ ਨਹੀਂ। ਖਜ਼ਾਨਾ ਕੋਈ ਕਮਰਾ ਨਹੀਂ ਹੈਗਾ ਵੀ ਜਿਹਦੇ ਵਿੱਚ ਪੈਸਿਆਂ ਦੇ ਨੋਟਾਂ ਦਾ ਭਰਿਆ ਪਿਆ, ਉਹ ਤਾਂ ਲੋਕਾਂ ਕੋਲੋਂ ਟੈਕਸ ਆਉਣਾ ਤੇ ਟੈਕਸ ਦੇ ਪੈਸੇ ਨੇ ਜਿਹੜੇ ਉਹਦੇ ਨਾਲ ਡਿਵੈਲਪਮੈਂਟ ਹੋਣੀ ਹੈ, ਉਹ ਉਧਰ ਦੀ ਉਧਰ ਆਉਂਦੇ ਰਹਿੰਦੇ ਨੇ। ਮੈਨੂੰ ਇਹ ਦੱਸੋ ਵੀ ਅੱਜ ਦੇ ਲੋਕ ਟੈਕਸ ਨਹੀਂ ਦਿੰਦੇ। ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਅਸੀਂ 25 ਸਾਲ ਦਾ ਰਾਜ ਕਰਾਂਗੇ, ਅਕਾਲੀ ਦਲ ਜੋ ਸਰਕਾਰ ਨਹੀਂ ਬਣਾ ਸਕੀ 2017 ਦੇ ਵਿੱਚ। ਅਕਾਲੀ ਦਲ ਦਾ ਗ੍ਰਾਫ ਥੱਲੇ ਆਉਣ ਦੇ ਤੁਸੀਂ ਕਾਰਨ ਕੀ ਮੰਨਦੇ? 10 ਸਾਲ ਅਸੀਂ ਸਰਕਾਰ ਬਣਾਈ ਹੈ, ਪਹਿਲਾਂ ਸਾਡੀ ਸਰਕਾਰ ਚੱਲਦੀ ਰਹੀ ਹੈ। ਚਲੋ ਜਿਵੇਂ ਅਸੀਂ 25 ਸਾਲ ਕਹਿ ਦਿੰਦੇ ਆ, ਹੋ ਜਾਂਦਾ ਥੋੜ੍ਹੇ ਮਾਰਜਨ 'ਤੇ। ਕਈ ਵਾਰ ਬੰਦਾ ਇੱਕ ਨਵੀਂ ਪਾਰਟੀ ਸਾਡੇ 'ਚ ਐਂਟਰ ਕਰੀ, ਉਦੋਂ ਕਈ ਵਾਰ ਬੰਦਿਆਂ ਨੂੰ ਆਪਣੇ ਗੁੱਸੇ ਗਿੱਲੇ ਵੀ ਹੁੰਦੇ ਨੇ ਜਾਂ ਚੇਂਜ ਵੀ ਭਾਲਦੇ ਨੇ। ਕਈ ਵਾਰ 10 ਸਾਲ ਲਗਾਤਾਰ ਬਹੁਤ ਹੁੰਦਾ ਵੀ ਇਹ ਨਹੀਂ ਹੈ 25 ਸਾਲ ਰਾਜ ਨਹੀਂ, ਪਰ ਲੋਕਾਂ ਨੂੰ ਆਜ਼ਾਦ ਨੇ। ਜਿਹੜੇ ਕਿਸਾਨਾਂ ਦੇ ਬਿੱਲ ਨੇ, ਜੇ ਇਹਨੂੰ ਵਿਸਤਾਰ 'ਚ ਪੜ੍ਹਦੇ ਹੋ ਤੁਸੀਂ, ਬਹੁਤ ਜ਼ਿਆਦਾ ਮਾਰੂ ਨੀਤੀ ਨਾਲ ਉਹ ਜਿਹੜੇ ਬਿੱਲ ਨੇ ਪਾਸ ਕੀਤੇ ਨੇ, ਜਿਨ੍ਹਾਂ ਦੇ ਵਿੱਚ ਇਕੱਲਾ ਅੱਜ ਤੱਕ ਕਿਸਾਨ ਹੀ ਜਾਗਰਤ ਹੋਇਆ। ਉਹਦੇ ਨਾਲ ਮਜ਼ਦੂਰ ਨੂੰ ਵੀ ਪ੍ਰੋਬਲਮ ਆਉਣੀ ਹੈ, ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਦੁਕਾਨਦਾਰਾਂ ਨੂੰ ਵੀ ਆਉਣੀ ਹੈ। ਹਰ ਬੰਦਾ ਦੀ ਲਪੇਟ 'ਚ ਆਉਣਾ, ਪਰ ਸਮਾਂ ਪੈ ਕੇ ਉਹਨਾਂ ਨੂੰ ਪਤਾ ਲੱਗਣਾ ਵੀ ਇਹਦੇ ਕਿੰਨੇ ਮਾੜੇ ਨੇ ਕਾਨੂੰਨ। ਇਹ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਇਹ ਲੋਕਤੰਤਰ ਦੀ ਹੱਤਿਆ ਕਿਉਂ, ਤੇ ਇਹਦਾ ਹੱਲ ਕੀ ਨਿਕਲੂਗਾ? ਜਿਹੜੀ ਇਹ ਨਾ ਸਰਕਾਰ ਹੈ, ਇਹਨੇ ਜਦੋਂ 1 ਲੱਖ ਕੇਸ ਰੋਜ਼ ਆਉਂਦਾ ਸੀ, 90,000 95,000 1 ਲੱਖ ਕੇਸ ਰੋਜ਼ ਕਰੋਨਾ ਦਾ ਆਉਂਦਾ ਸੀ, ਉਸ ਟਾਈਮ ਤੇ ਬਿੱਲ ਪਾਸ ਕਰਤੇ। ਕਰੋਨੇ ਦੇ ਆੜ ਦੇ ਵਿੱਚ ਇਹਨਾਂ ਨੇ ਅੱਗੇ ਪਿੱਛੇ ਕਰਦੇ ਰਹੇ, ਉਹ ਵੀ ਇਹਨਾਂ ਦਾ ਸੀ। ਬਾਕੀ ਜਿਹੜੀ ਇਹ ਪਲੈਨਿੰਗ ਹੈ ਨਾ, ਇਹ ਪਹਿਲਾਂ ਬਿੱਲਾਂ ਦੀ ਪਹਿਲਾਂ ਬਣ ਚੁੱਕੀ ਸੀ। ਇਹ ਮੇਰੇ ਹਿਸਾਬ ਨਾਲ 2-3 ਸਾਲ ਪਹਿਲਾਂ ਉਹ ਕਹਿ ਚੁੱਕੇ ਤੇ ਇਸ ਜਿਹੜੇ ਵੀ ਬਿਜ਼ਨਸਮੈਨ ਨੇ ਵੀ ਤੁਹਾਨੂੰ ਇਹ ਕੰਮ ਦੇਣੇ ਨੇ, ਵੀ ਤੁਸੀਂ ਆਪਣੀਆਂ ਤਿਆਰੀਆਂ ਕਰ ਲਓ। ਇਹ ਤਾਂ ਉਹ ਗੱਲ ਹੋ ਗਈ ਨਾ, ਬੰਦੇ ਨੂੰ ਫਾਂਸੀ ਦੇਣੀ ਹੈ ਵੀ ਤੈਨੂੰ ਅੱਜ ਨਹੀਂ ਦੇਣੀ ਆ, 1.5 ਸਾਲ ਠਹਿਰ ਕੇ ਦੇਣੀ ਹੈ। ਉਹ ਇੱਕ ਜਿਹੜਾ ਹੈ ਬੀਜੇਪੀ ਦੇ ਉੱਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵਿਸ਼ਵਾਸ ਨਹੀਂ ਰਿਹਾ। ਜੋ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ, ਉਹਨਾਂ ਤੋਂ ਖਰੇ ਨਹੀਂ ਉਤਰੇ, ਇਸ ਕਰਕੇ ਉਹਨਾਂ ਨੂੰ ਵਿਸ਼ਵਾਸ ਨਹੀਂ ਰਿਹਾ। ਇਹ ਬੇਵਿਸ਼ਵਾਸ ਕਰਕੇ ਉਹਨਾਂ 'ਤੇ ਵਿਸ਼ਵਾਸ ਹੀ ਨਹੀਂ। ਜਦੋਂ ਬਸ ਉਹ ਕੀ ਉਹਨੂੰ 1.5 ਸਾਲ ਕਰਨ ਜਾਂ 2 ਸਾਲ ਕਰਨ। ਤੁਸੀਂ ਪੰਜਾਬੀ ਡਾਕ ਟੀਵੀ ਦੇਖ ਰਹੇ ਹੋ, ਮੈਂ ਹਾਂ ਗੁਰਜਿੰਦਰ ਸਿੰਘ। ਤੁਹਾਨੂੰ ਅੱਜ ਹਿੰਦੁਸਤਾਨ ਦੀ ਧਰਤੀ ਨੂੰ, ਪੰਜਾਬ ਦੀ ਧਰਤੀ ਨੂੰ ਤੁਸੀਂ ਸਿਆਸਤ ਤੋਂ ਬਿਨਾਂ ਕਲਪ ਨਹੀਂ ਸਕਦੇ, ਤੁਸੀਂ ਸਿਆਸਤ ਤੋਂ ਬਿਨਾਂ ਦੇਖ ਨਹੀਂ ਸਕਦੇ। ਸਿਆਸਤ ਆਮ ਲੋਕਾਂ ਤੋਂ ਲੈ ਕੇ ਸਿਆਸਤਦਾਨਾਂ ਦੇ ਜੀਵਨ ਦਾ ਪ੍ਰਭਾਵ ਪਾਉਂਦੀ ਹੈ, ਅਤੇ ਸਿਆਸਤ ਹੀ ਇੱਕ ਤੁਸੀਂ ਮੰਨ ਸਕਦੇ ਹੋ ਕਿ ਅਜਿਹਾ ਰਾਹ ਹੈ ਆਮ ਲੋਕਾਂ ਲਈ ਜੋ ਦਿਨ ਦੇ ਜੋ ਰੂਟੀਨ ਤੈਅ ਕਰਦਾ ਕਿ ਤੁਹਾਡੀ ਜ਼ਿੰਦਗੀ ਵਿੱਚ ਕੀ ਹੋਊਗਾ, ਕੀ ਵਾਪਰੂਗਾ। ਇਹ ਸਿਆਸਤ, ਬੇਸ਼ੱਕ ਤੁਸੀਂ ਸਿਆਸਤ ਤੋਂ ਮਨਫੀ ਹੋ ਸਕਦੇ ਹੋ, ਤੁਸੀਂ ਕਹਿ ਸਕਦੇ ਹੋ ਕਿ ਅਸੀਂ ਸਿਆਸਤ ਤੋਂ ਦੂਰ ਹਾਂ, ਪਰ ਤੁਹਾਡੇ ਜੋ ਜ਼ਿੰਦਗੀ ਦੇ ਪੈਮਾਨੇ ਨੇ, ਉਹ ਪੈਮਾਨੇ ਸਿਆਸਤ ਤੈਅ ਕਰਦੀ ਹੈ। ਵਿਧਾਨ ਸਭਾ, ਲੋਕ ਸਭਾ ਰਾਹੀਂ ਤੁਹਾਡੀਆਂ ਨੀਤੀਆਂ ਤੈਅ ਹੁੰਦੀਆਂ ਨੇ, ਤੁਹਾਡਾ ਰੋਜ਼ਾਨਾ ਜੀਵਨ ਦੇ ਜੋ ਤੁਸੀਂ ਲੋੜੀਂਦੀਆਂ ਚੀਜ਼ਾਂ ਨੇ ਉਹਨਾਂ ਦਾ ਪੈਮਾਨੇ ਤੈਅ ਹੁੰਦੇ ਨੇ। ਅਤੇ ਸਿਆਸਤ ਅੱਜ ਦੇ ਦਿਨ ਰਿਜ਼ਲਟ ਆਏ ਨੇ MC ਦੀ ਵੋਟਾਂ ਦੇ, ਅਤੇ ਸਾਡੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਜਸਵੰਤ ਸਿੰਘ ਟਵਾਣਾ ਨੇ। ਟਵਾਣਾ ਜੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਅਤੇ ਹੋਰ ਤੁਸੀਂ ਸੋਸ਼ਲ ਮੀਡੀਆ ਜਰੀਏ, ਅਖਬਾਰਾਂ ਜਰੀਏ ਤੁਸੀਂ ਇਹਨਾਂ ਨੂੰ ਦੇਖਦੇ ਹੋ, ਇਹਨਾਂ ਦੀ ਗੱਲਬਾਤ ਸੁਣਦੇ ਹੋ। ਅੱਜ ਵੀ ਗੱਲਬਾਤ ਕਰਾਂਗੇ ਅਸੀਂ। ਟਵਾਣਾ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਜੋ ਇਹ ਅੱਜ ਦੇ ਰਿਜ਼ਲਟ ਆਏ ਨੇ MC ਦੇ, ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਖਾਸ ਕਰਕੇ ਜਿਵੇਂ ਕਈ ਥਾਵਾਂ 'ਤੇ ਦੇਖਿਆ ਗਿਆ, ਅਨੰਦਪੁਰ ਸਾਹਿਬ 'ਤੇ ਵੀ ਦੇਖਿਆ ਗਿਆ ਕਿ ਉੱਥੇ ਲੋਕਾਂ ਨੇ ਆਜ਼ਾਦ ਉਮੀਦਵਾਰਾਂ ਨੂੰ ਵੋਟਾਂ ਦਿੱਤੀਆਂ। ਅਕਾਲੀ ਆਪ ਤੇ ਕਾਂਗਰਸ ਉਹਨਾਂ ਨੇ ਨਕਾਰ ਤੇ, ਅਤੇ ਕਈ ਥਾਵਾਂ 'ਤੇ ਕਾਂਗਰਸ ਦੀ बढ़त देखने ਨੂੰ ਮਿਲੀ। ਜਿਵੇਂ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਵੱਲੋਂ ਵੀ ਕਿਹਾ ਗਿਆ ਕਿ ਦੋਸ਼ ਲਾਏ ਗਏ, ਆਮ ਆਦਮੀ ਪਾਰਟੀ ਵੱਲੋਂ ਵੀ ਦੋਸ਼ ਲਾਏ ਗਏ ਸੀ, ਸਾਨੂੰ ਨੋਮੀਨੇਸ਼ਨ ਦੇ ਵਿੱਚ ਦਿੱਕਤ, ਜਦੋਂ ਫਾਰਮ ਫਿਲ ਕੀਤੇ ਅਸੀਂ ਉਦੋਂ ਸਾਨੂੰ ਦਿੱਕਤ ਆਈ, ਕਾਂਗਰਸ ਧੱਕਾ ਕਰਦੇ ਨੇ। ਤੁਹਾਡੇ 'ਤੇ ਇਸ 'ਤੇ ਵਿਚਾਰ ਕੀ ਨੇ? ਇਹ ਹੈ ਜੀ ਗੱਲ ਤਾਂ ਵੀ ਜਦੋਂ ਇਹਦੇ ਅਸੀਂ ਫਾਰਮ ਭਰੇ ਨੇ ਸਾਡੇ ਕੈਂਡੀਡੇਟਾਂ ਨੂੰ, ਇਹਨਾਂ ਨੇ ਉਦੋਂ ਫਾਰਮ ਵੀ ਪਾੜੇ, ਵੀ ਭਰਨ ਵੀ ਨਹੀਂ ਦਿੱਤੇ। ਬਹੁਤ ਜ਼ਿਆਦਾ, ਜਿੰਨਾ ਕਹਿ ਦੋ ਧੱਕਾ, ਉਨਾ ਜ਼ਿਆਦਾ ਧੱਕਾ ਕੀਤਾ। ਕਈ ਥਾਂ ਗੋਲੀ ਵੀ ਚੱਲੀ ਹੈ। ਅਤੇ ਇਹ ਤੁਸੀਂ ਦੇਖੋ ਇਲੈਕਸ਼ਨਾਂ ਵਾਲੇ ਦਿਨ ਸਾਡੇ ਘੱਟੋ ਘੱਟ 50-60% ਜਿਹੜੇ ਕੈਂਡੀਡੇਟ ਸੀ ਇਹਨੇ ਫੜ ਕੇ ਥਾਣਿਆਂ ਦੇ ਵਿੱਚ ਬੰਦ ਕਰਤੇ। ਬੂਥ 'ਤੇ ਤਾਂ ਕੋਈ ਬੰਦਾ ਨਹੀਂ, ਉਹਦੇ ਬਾਵਜੂਦ ਵੀ ਸਾਨੂੰ ਜਿਹੜੀਆਂ ਸੀਟਾਂ ਨੇ ਮੇਰਾ ਖਿਆਲ ਅਸੀਂ 25 ਤੋਂ 20-25% ਦਾ ਲਗਭਗ 30% ਵੀ ਹੋ ਸਕਦੇ ਨੇ, ਅਸੀਂ ਫੇਰ ਵੀ ਲੈ ਕੇ ਜਾਵਾਂਗੇ। ਕਿਉਂਕਿ ਲੋਕਾਂ ਦਾ ਸਾਨੂੰ ਬਹੁਤ ਵੱਡਾ
ਇਹ ਜਿੰਨੀ ਸਾਨੂੰ ਵੋਟ ਮਿਲੀ ਹੈ, ਇਹ ਸਿਰਫ ਐਂ ਸਮਝ ਲਓ ਵੀ ਘੰਟਾ ਜਿਹੜਾ 1.5 ਘੰਟਾ ਵੋਟ ਪੋਲ ਹੋਈ ਹੈ, ਉਹਦੇ ਵਿੱਚ ਅਸੀਂ ਜਿੱਤ ਪ੍ਰਾਪਤ ਕੀਤੀ ਹੈ। ਜੇ ਕਿਤੇ ਸਾਰਾ ਦਿਨ ਹੁੰਦੀ 8-9 ਘੰਟੇ ਜਿਵੇਂ ਪੋਲਿੰਗ ਹੋਣੀ ਹੈ ਤਾਂ ਸਾਰੇ ਥੋਂ ਅਕਾਲੀ ਦਲ ਨੇ ਹੁੰਜਾ ਫਿਰ ਜਿੱਤ ਪ੍ਰਾਪਤ ਕਰਨੀ ਸੀ। ਪਰ ਇਹ ਵੋਟਾਂ ਪਈਆਂ 1.5 ਘੰਟਾ ਬਾਅਦ ਕੋਈ ਬੂਥ ਨੂੰ ਕੈਪਚਰ ਕਰ ਲਿਆ, ਕਿਸੇ ਨੇ 2 ਘੰਟੇ ਬਾਅਦ ਕਰ ਲਿਆ। ਇਹ ਰਿਜ਼ਲਟ ਸਾਡੇ ਜਿਹੜਾ ਆਇਆ ਉਹ 1.5-2 ਘੰਟੇ ਦੇ ਵਿੱਚ ਸਾਨੂੰ ਇੰਨੀ ਜ਼ਿਆਦਾ ਵੋਟ ਪਾਤੀ ਲੋਕਾਂ ਨੇ, ਉਹਦੇ ਬਾਵਜੂਦ ਵੀ ਇੰਨੇ ਧੱਕੇ ਦੇ ਵੀ ਤਾਂ ਸਾਡੇ ਇੰਨੇ ਕੈਂਡੀਡੇਟ ਜਿੱਤ ਗਏ। ਇਹ ਜੋ ਪਿਰਤਾਂ ਪਾਈਆਂ ਜਾਂਦੀਆਂ ਨੇ ਸਿਆਸਤ ਵੱਲੋਂ, ਕਿਹਾ ਕਦੇ ਕਾਂਗਰਸ ਬਲੇਮ ਕਰਦੀ ਹੈ ਅਕਾਲੀ ਦਲ ਨੂੰ ਕਿ ਅਕਾਲੀ ਦਲ ਧੱਕਾ ਕਰਦਾ ਜਦੋਂ ਅਕਾਲੀ ਦਲ ਸਰਕਾਰ ਹੁੰਦੀ ਹੈ, ਕਦੇ ਅਕਾਲੀ ਦਲ ਬਲੇਮ ਕਰਦਾ ਕਿ ਵੀ ਕਾਂਗਰਸ ਧੱਕਾ ਕਰਦੀ ਹੈ। ਆਮ ਆਦਮੀ ਪਾਰਟੀ ਵੀ ਇਲਜ਼ਾਮ ਲਾਉਂਦੀ ਹੈ ਕਿ ਕਾਂਗਰਸ ਧੱਕਾ ਕਰਦੀ ਹੈ, ਅਕਾਲੀ ਦਲ ਧੱਕਾ ਕਰਦੇ ਨੇ। ਹਜੇ ਤਾਈਂ ਆਮ ਆਦਮੀ ਪਾਰਟੀ ਨੂੰ ਰਾਜ ਕਰਨ ਦਾ ਪੰਜਾਬ ਦੇ ਵਿੱਚ ਮੌਕਾ ਨਹੀਂ ਮਿਲਿਆ। ਜਦੋਂ ਇਹ ਗੁਰੂਆਂ ਦੀ ਧਰਤੀ ਹੈ, ਪੀਰਾਂ ਦੀ ਧਰਤੀ ਹੈ, ਗੁਰੂਆਂ ਪੀਰਾਂ ਨੇ ਇੱਥੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ, ਤਾਂ ਇਹ ਫਿਰ ਜੋ ਸਿਆਸਤ ਹੈ ਇਹ ਭਾਈਮਾਰੂ ਕਿਉਂ ਹੁੰਦੀ ਜਾ ਰਹੀ ਹੈ ਨਿਤ ਦਿਨ? ਦੇਖੋ, ਇਹ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਧੱਕਾ ਹੈ ਇਹ ਬਹੁਤ ਵੱਡਾ ਇੱਕ ਪਬਲਿਕ ਲਈ ਵੀ, ਲੋਕਾਂ ਲਈ ਵੀ ਬਹੁਤ ਵੱਡਾ ਘਾਣ ਹੈ ਉਹਨਾਂ ਦੀ ਲਾਈਫ ਦੇ ਵਿੱਚ, ਵੀ ਇਹ ਨਹੀਂ ਇੱਕ ਦੂਜੇ ਦੀ ਜਿੱਦ ਇਸ ਤਰ੍ਹਾਂ ਦਾ ਅਸੀਂ ਨਹੀਂ ਚਾਹੁੰਦੇ ਵੀ ਹੋਣਾ ਚਾਹੀਦਾ। ਪਰ ਮੇਰੇ ਹਿਸਾਬ ਨਾਲ ਹੁਣ ਬੜੀ ਕਈ ਪਾਸੇ ਜਾਗਰਤੀ ਆ ਰਹੀ ਹੈ ਲੋਕਾਂ ਦੇ ਵਿੱਚ। ਹੁਣ ਲੋਕ ਜਿਹੜੀ ਵੋਟ ਆਜ਼ਾਦ ਨੂੰ ਪੈ ਗਈ, ਮੰਨ ਲਓ ਆਜ਼ਾਦ ਜਿੱਤਿਆ ਜਾਂ ਅਕਾਲੀ ਦਲ ਦੇ ਬੰਦੇ ਜਿੱਤੇ ਨੇ, ਹੁਣ ਲੋਕ ਵੋਟ ਨਾ ਦੇਖ ਕੇ ਪਾਉਣ ਲੱਗ ਗਏ, ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ। ਕੰਮਾਂ ਨੂੰ ਜਿਹੜੀ ਸਾਨੂੰ ਹੁਣ ਵੀ ਜਿੱਤ ਹੋਈ ਹੈ, ਅਸੀਂ ਕਹਿੰਦੇ ਜਿਹੜੇ 2017 ਤੋਂ ਪਹਿਲਾਂ ਕੰਮ ਹੋਏ ਨੇ ਲੋਕਾਂ ਨੂੰ ਅੱਜ ਯਾਦ ਆਉਂਦੇ ਨੇ ਵੀ ਅਕਾਲੀ ਦਲ ਨੇ ਕੀ ਕੰਮ ਕੀਤੇ ਨੇ। ਜਿੰਨੇ ਸਾਡੇ ਚੋਣ ਮੈਨੀਫੈਸਟੋ ਨੇ ਅੱਜ ਤੋਂ 15 ਸਾਲ 20 ਸਾਲ ਪੁਰਾਣੇ, 25 ਸਾਲ ਕੱਢ ਲਓ, ਅਕਾਲੀ ਦਲ ਨੇ ਜੋ ਵਾਅਦੇ ਕੀਤੇ, ਚਾਹੇ ਉਹ ਪਾਣੀਆਂ ਦਾ ਮਸਲਾ ਸੀ, ਚਾਹੇ ਉਹ ਬਿਜਲੀ ਫਰੀ ਦਾ ਮਸਲਾ ਸੀ, ਜੋ ਵੀ, ਚਾਹੇ ਉਹ ਅਸੀਂ ਗਰੀਬਾਂ ਨੂੰ ਆਟੇ ਦਾਲ ਦਾ ਮਸਲਾ, ਜੋ ਚੋਣ ਮੈਨੀਫੈਸਟੋ 'ਚ ਕਿਹਾ ਉਹ ਵਾਅਦੇ ਅਸੀਂ ਪੂਰੇ ਕੀਤੇ। ਪਰ ਕਾਂਗਰਸ ਨੇ ਤੁਹਾਡੇ ਸਾਹਮਣੇ ਹੈ ਵੀ ਕਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਜਿਹੜੇ ਇੱਕ ਤੇ ਵੀ ਇਹ ਪੂਰੇ ਨਹੀਂ ਉਤਰੇ। ਉਹ ਲੋਕ ਸਾਰੇ ਜਾਣਦੇ ਨੇ ਵੀ ਇਹਨਾਂ ਨੂੰ ਤਾਂ ਕਰਕੇ ਵੋਟ ਜਿਹੜੀ ਹੈ ਕਾਂਗਰਸ ਤੋਂ ਉਹਨਾਂ ਨੂੰ ਕਿਤੇ ਵੀ ਇਹ ਪੂਰੇ ਨਹੀਂ ਉਤਰੇ। ਇਸ ਕਰਕੇ ਸਾਡੇ ਅਕਾਲੀ ਦਲ ਦਾ ਪਲੜਾ ਆਉਣ ਵਾਲੀ ਹੁਣ ਤੁਹਾਨੂੰ ਪਤਾ ਲੱਗੇ ਜਾਣਾ 21 ਦੇ ਵਿੱਚ, ਹੁਣ ਤਾਂ 7-8 ਮਹੀਨੇ ਦੀ ਗੱਲ ਰਹਿ ਗਈ ਸਾਰੀ, ਤੇ ਸਾਨੂੰ ਵੋਟ ਪਾਉਣਗੇ, ਕੋਈ ਸਾਡੇ ਕੰਮਾਂ ਨੂੰ ਵੋਟ ਪਾਉਣਗੇ। ਲੋਕਾਂ ਨੂੰ ਪਤਾ ਲੱਗ ਗਿਆ ਵੀ ਇਸ ਪਾਰਟੀ ਨੇ ਕੰਮ ਕਰਨੇ ਨੇ, ਕਿਸ ਨੇ ਕਿਸਾਨਾਂ ਦੇ ਹੱਕ 'ਚ ਕਿਹੜੀ ਪਾਰਟੀ ਹੈ, ਵੀ ਇਹ ਸਾਰਾ ਉਹਨਾਂ ਨੂੰ ਜਾਗਰਤੀ ਆ ਗਈ ਹੈ। ਤੁਸੀਂ ਕਿਹਾ ਕਿ ਵੀ ਕਾਂਗਰਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਦੂਜੇ ਪਾਸੇ ਕਾਂਗਰਸ ਇਲਜ਼ਾਮ ਲਾਉਂਦੀ ਹੈ ਕਿ ਅਕਾਲੀ ਦਲ ਨੇ 10 ਸਾਲ ਦਾ ਰਾਜ ਕੀਤਾ, ਇਹਨਾਂ ਨੇ ਖਜ਼ਾਨਾ ਖਾਲੀ ਕਰਤਾ, ਸਾਡੇ ਕੋਲ ਲੋਕਾਂ ਨੂੰ ਦੇਣ ਲਈ ਕੋਈ ਪੈਸਾ ਛੱਡਿਆ ਹੀ ਨਹੀਂ। ਇਹ ਗੱਲ ਹੈ ਇੱਕ ਨਾ ਜੀ ਬਣਿਆ ਹੋਇਆ ਵੀ ਮੈਂ ਆਮ ਜਿੰਨੇ ਪੋਲੀਟੀਕਲ ਬੰਦੇ ਨੇ ਵੱਡੇ ਲੀਡਰ ਬੋਲਣਗੇ ਖਜ਼ਾਨਾ ਖਾਲੀ ਹੈ। ਖਜ਼ਾਨਾ ਕੋਈ ਕਮਰਾ ਨਹੀਂ ਹੈਗਾ ਵੀ ਜਿਹਦੇ ਵਿੱਚ ਪੈਸਿਆਂ ਦੇ ਨੋਟਾਂ ਦਾ ਭਰਿਆ ਪਿਆ। ਉਹ ਤਾਂ ਲੋਕਾਂ ਕੋਲੋਂ ਟੈਕਸ ਆਉਣਾ ਤੇ ਟੈਕਸ ਦੇ ਪੈਸੇ ਨੇ ਜਿਹੜੇ ਉਹਦੇ ਨਾਲ ਡਿਵੈਲਪਮੈਂਟ ਹੋਣੀ ਹੈ, ਉਹ ਉਧਰ ਦੀ ਉਧਰ ਆਉਂਦੇ ਰਹਿੰਦੇ ਨੇ। ਮੈਨੂੰ ਇਹ ਦੱਸੋ ਵੀ ਅੱਜ ਦੇ ਲੋਕ ਟੈਕਸ ਨਹੀਂ ਦਿੰਦੇ? ਅੱਜ ਦੇ ਲੋਕ ਕਿਸ ਪੱਖੋਂ ਮੈਨੂੰ ਦੱਸੋ ਵੀ ਚਾਹੇ ਅਸੀਂ ਤੇਲ ਤੇ ਜਾਂਦੇ ਹਾਂ ਉਹਦੇ ਤੇ 200% ਤੱਕ ਟੈਕਸ ਹੈ, ਜਿਹਦੇ ਵਿੱਚੋਂ 100% ਦਾ ਸਟੇਟ ਗੌਰਨਮੈਂਟ ਨੂੰ ਮਿਲਦਾ। ਕਰਜ਼ਾ ਇੰਨਾ ਚੜ ਗਿਆ, ਜੋ ਪੈਸਾ ਹੁੰਦਾ ਵਿਆਜ ਦੇ ਵਿੱਚ ਚਲੇ ਜਾਂਦਾ। ਚਲੋ ਕਰਜ਼ਾ ਜੇ ਪਿੱਛੇ ਹੈ ਤਾਂ ਕਰਜ਼ਾ ਤਾਂ ਪਹਿਲਾਂ ਵੀ ਚੱਲਿਆ ਆ ਰਿਹਾ, ਕਿਤੇ ਵੱਧ ਗਿਆ ਘਟ ਗਿਆ, ਕਰਜ਼ਾ ਵੱਖਰਾ ਹੈ। ਪਰ ਜੇ ਕਿ ਖਜ਼ਾਨਾ ਖਾਲੀ ਹੈ, ਖਜ਼ਾਨਾ ਕੋਈ ਖਾਲੀ ਨਹੀਂ। ਜਿਹੜੀ ਪੰਜਾਬ ਦੀ ਸਟੇਟ ਹੈ ਇਹ 2 ਚੀਜ਼ਾਂ ਤੇ ਬਹੁਤ ਨਿਰਭਰ ਕਰਦੀ ਹੈ। ਇੱਕ ਤਾਂ ਰੈਵਨਿਊ ਇਹਨਾਂ ਆਉਂਦਾ ਸ਼ਰਾਬ ਤੋਂ, ਦੂਸਰਾ ਆਉਂਦਾ ਰੇਤਾ ਬਜਰੀ ਤੋਂ। ਜਦੋਂ ਰੇਤਾ ਬਜਰੀ ਤੋਂ ਇਹਨਾਂ ਤੋਂ ਪੈਸਾ ਬਹੁਤ ਜ਼ਿਆਦਾ ਵੱਡੇ ਮਾਰਜਨ ਤੇ ਪੈਸਾ ਆਉਂਦਾ, ਜਿਹਦੇ ਨਾਲ ਸਟੇਟ ਦੀ ਆਪਣੀ ਤਰੱਕੀ ਵੱਲ ਜਾਂਦਾ, ਜਾਂ ਲਾ ਲਓ ਆਪਣਾ ਖਜ਼ਾਨੇ 'ਚ ਪੈਸੇ ਆਉਂਦੇ ਨੇ। ਇਹ 2 ਚੀਜ਼ਾਂ ਦੇ ਉੱਤੇ ਤਾਂ ਕਾਂਗਰਸ ਦੇ MLA ਨੇ ਕਬਜ਼ਾ ਕੀਤਾ ਵਾ। ਦਾਰੂ ਉਹ ਆਪਣੀ ਵੇਚਦੇ ਨੇ, ਰੇਤਾ ਬਾਜਰੀ ਆਪਣੀ ਵੇਚਦੇ ਨੇ। ਸਟੇਟ ਨੂੰ ਪੈਸਾ ਕਿੱਥੋਂ ਮਿਲੇਗਾ? ਖਜ਼ਾਨਾ ਖਾਲੀ ਹੋਣਾ। ਤੇ ਫਿਰ ਅਕਾਲੀ ਦਲ 10 ਸਾਲ ਸੱਤਾ ਦੇ ਵਿੱਚ ਰਿਹਾ, ਲਗਾਤਾਰ 7 ਤੋਂ ਲੈ ਕੇ 17 ਤੱਕ ਅਕਾਲੀ ਦਲ ਦੀ ਸਰਕਾਰ ਸੀ। ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਅਸੀਂ 25 ਸਾਲ ਦਾ ਰਾਜ ਕਰਾਂਗੇ। ਅਕਾਲੀ ਦਲ ਜੋ ਸਰਕਾਰ ਨਹੀਂ ਬਣਾ ਸਕੇ 2017 ਦੇ ਵਿੱਚ, ਅਕਾਲੀ ਦਲ ਦਾ ਗ੍ਰਾਫ ਥੱਲੇ ਆਉਣ ਦੇ ਤੁਸੀਂ ਕਾਰਨ ਕੀ ਮੰਨਦੇ ਹੋ? ਨਹੀਂ, ਅਕਾਲੀ ਦਲ ਦਾ ਕੋਈ ਗ੍ਰਾਫ ਨਹੀਂ ਆਇਆ ਜੀ। 10 ਸਾਲ ਅਸੀਂ ਸਰਕਾਰ ਬਣਾਈ ਹੈ, ਪਹਿਲਾਂ ਸਾਡੀ ਸਰਕਾਰ ਚੱਲਦੀ ਰਹੀ ਹੈ। ਚਲੋ ਜਿਵੇਂ ਅਸੀਂ 25 ਸਾਲ ਕਹਿ ਦਿੰਦੇ ਹਾਂ, ਹੋ ਜਾਂਦਾ ਥੋੜ੍ਹੇ ਮਾਰਜਨ 'ਤੇ। ਕਈ ਵਾਰ ਬੰਦਾ ਇੱਕ ਨਵੀਂ ਪਾਰਟੀ ਸਾਡੇ 'ਚ ਐਂਟਰ ਕਰੀ, ਉਦੋਂ ਕਈ ਵਾਰ ਬੰਦਿਆਂ ਨੂੰ ਆਪਣੇ ਗੁੱਸੇ ਗਿੱਲੇ ਵੀ ਹੁੰਦੇ ਨੇ ਜਾਂ ਚੇਂਜ ਵੀ ਭਾਲਦੇ ਨੇ। ਕਈ ਵਾਰ 10 ਸਾਲ ਲਗਾਤਾਰ ਬਹੁਤ ਹੁੰਦਾ ਵੀ, ਇਹ ਨਹੀਂ ਹੈ 25 ਸਾਲ ਰਾਜ ਨਹੀਂ। ਪਰ ਲੋਕਾਂ ਨੂੰ ਆਜ਼ਾਦ ਨੇ। ਅਸੀਂ ਅੱਜ ਤੱਕ ਜਿੰਨੇ ਵੀ ਸੇਵਾ ਕੇਂਦਰ ਖੋਲ੍ਹੇ, ਜਿੰਨਾ ਵੀ ਕੁਝ ਕੀਤਾ, ਉਹਨਾਂ ਨੂੰ ਸਰਕਾਰਾਂ ਨੇ ਬੰਦ ਕਰਤਾ। ਸਕੂਲ ਖੋਲ੍ਹੇ, ਉਹ ਬੰਦ ਕਰਤੇ। ਆਦਰਸ਼ ਸਕੂਲ ਖੋਲ੍ਹੇ ਸੀ ਇਕੱਲੇ ਜ਼ਿਲ੍ਹੇ 'ਚ ਇੱਕ, ਉਹਨਾਂ ਵੀ ਤੁਹਾਨੂੰ ਪਤਾ ਹਾਲਾਤ ਕੀ ਨੇ। ਜਿੰਨਾ ਕੁਝ ਵੀ ਡਿਵੈਲਪਮੈਂਟ ਕੀਤੀ, ਜਿਵੇਂ ਹੁਣ ਸ਼ਗਨ ਸਕੀਮ ਸੀ, ਉਹ ਅਸੀਂ ਕਹਿੰਦੇ ਦੇ ਰਹੇ ਸੀ ਜਾਣੀ 31,000 ਰੁਪਇਆ, ਕਹਿੰਦੇ ਅਸੀਂ 51 ਕਰ ਦਾਂਗੇ। ਉਹ ਕੋਈ ਨਹੀਂ ਇਹਨਾਂ ਨੇ ਕੀਤਾ। ਵੀ ਜੋ ਸਕੀਮਾਂ ਜਿੰਨੀਆਂ ਗਰੀਬਾਂ ਲਈ ਤੇ ਕਿਸਾਨਾਂ ਲਈ ਚੱਲ ਰਹੀਆਂ ਨੇ, ਉਹ ਸਾਰੀਆਂ ਅਕਾਲੀ ਦਲ ਵੱਲੋਂ ਹੀ ਉਲੀਕੀਆਂ ਚੱਲ ਰਹੀਆਂ ਨੇ।
ਤੇ ਜਿਵੇਂ ਹੁਣ ਕਿਸਾਨੀ ਅੰਦੋਲਨ ਆਪਣੇ ਸਿਖਰ ਉੱਤੇ ਹੈ, ਬੀਜੇਪੀ ਸਰਕਾਰ ਇੱਕ ਅਡਵਾਈ ਕਰ ਰਹੀ ਹੈ ਕਿ ਇਹ ਖੇਤੀ ਕਾਨੂੰਨ ਅਸੀਂ ਰੱਦ ਨਹੀਂ ਕਰਨੇ। 5 ਜੂਨ ਨੂੰ ਆਰਡੀਨੈਂਸ ਆਈ ਸੀ, ਰਾਸ਼ਟਰਪਤੀ ਨੇ ਸਾਈਨ ਕੀਤੇ, ਕਾਨੂੰਨ ਬਣ ਗਏ। ਉਦੋਂ ਤੋਂ ਲੈ ਕੇ ਲਗਾਤਾਰ ਪਹਿਲਾਂ 5 ਮਹੀਨੇ, ਇਹ 4 ਮਹੀਨੇ ਸੰਘਰਸ਼ ਪੰਜਾਬ ਦੇ ਵਿੱਚ ਚੱਲਿਆ, ਹੁਣ 3 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਦਿੱਲੀ ਬੈਠਿਆਂ ਨੂੰ। 200 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ, ਪਰ ਇਹ ਨਿਰਦਈ ਸਰਕਾਰ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ। ਫਿਰ ਤੁਸੀਂ ਇਸ ਸਮੱਸਿਆ ਦਾ ਹੱਲ ਕਿਵੇਂ ਦੇਖਦੇ ਹੋ? ਤੁਹਾਡਾ ਬੜਾ ਪੁਰਾਣਾ ਤਜਰਬਾ ਸਿਆਸਤ ਦੇ ਨਾਲ। ਜੇਕਰ ਕਿਸਾਨ ਕਹਿੰਦੇ ਨੇ ਕਿ ਅਸੀਂ ਬਿੱਲ ਵਾਪਸ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਆਉਂਦੇ, ਤੇ ਦੂਜੇ ਪਾਸੇ ਸਰਕਾਰ ਦਾ ਕਹਿਣਾ ਕਿ ਅਸੀਂ ਰੱਦ ਨਹੀਂ ਕਰਦੇ, ਅਸੀਂ ਅਮੈਂਡਮੈਂਟ ਕਰ ਦਿੰਦੇ ਹਾਂ, ਸੋਧ ਕਰ ਦਿੰਦੇ ਹਾਂ, ਤਾਂ ਫਿਰ ਹੱਲ ਕੀ ਨਿਕਲੂਗਾ ਇਹਦਾ? ਦੇਖੋ ਜੀ, ਹਾਲਾਤ ਜੇ ਇੰਡੀਆ ਲੈਵਲ ਤੇ ਸੋਚਦੇ ਹਾਂ ਤੇ ਬਹੁਤ ਮਾੜੇ ਹਾਲਾਤ ਨੇ। ਤੇ ਜਿਹੜੇ ਕਿਸਾਨਾਂ ਦੇ ਬਿੱਲ ਨੇ, ਜੇ ਇਹਨੂੰ ਵਿਸਤਾਰ 'ਚ ਪੜ੍ਹਦੇ ਹੋ ਤੁਸੀਂ, ਬਹੁਤ ਜ਼ਿਆਦਾ ਮਾਰੂ ਨੀਤੀ ਨਾਲ ਉਹ ਜਿਹੜੇ ਬਿੱਲ ਨੇ ਪਾਸ ਕੀਤੇ ਨੇ, ਜਿਨ੍ਹਾਂ ਦੇ ਵਿੱਚ ਇਕੱਲਾ ਅੱਜ ਤੱਕ ਕਿਸਾਨ ਹੀ ਜਾਗਰਤ ਹੋਇਆ। ਉਹਦੇ ਨਾਲ ਮਜ਼ਦੂਰ ਨੂੰ ਵੀ ਪ੍ਰੋਬਲਮ ਆਉਣੀ ਹੈ, ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਦੁਕਾਨਦਾਰਾਂ ਨੂੰ ਵੀ ਆਉਣੀ ਹੈ। ਹਰ ਬੰਦਾ ਦੀ ਲਪੇਟ 'ਚ ਆਉਣਾ, ਪਰ ਸਮਾਂ ਪੈ ਕੇ ਉਹਨਾਂ ਨੂੰ ਪਤਾ ਲੱਗਣਾ ਵੀ ਇਹਦੇ ਕਿੰਨੇ ਮਾੜੇ ਨੇ ਕਾਨੂੰਨ। ਉਹ ਠੀਕ ਹੈ, ਲੜਾਈ ਲੜ ਰਿਹਾ ਕਿਸਾਨ, ਲੜ ਰਿਹਾ, ਸੱਚੀ ਸੁੱਚੀ ਉਹਨਾਂ ਦੀ ਉਹ ਜਿਹੜੀ ਸੰਘਰਸ਼ ਹੈ ਉਹ ਚੱਲ ਰਿਹਾ, ਪਰ ਬੀਜੇਪੀ ਉਹਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੀ। ਇਹ ਬਹੁਤ ਉਹਨਾਂ ਲਈ ਮਾੜੀ ਗੱਲ ਹੈ, ਕਿਉਂਕਿ ਜਿਹੜਾ ਬੀਜੇਪੀ ਹੈ, ਬੀਜੇਪੀ ਨੇ ਨਾ ਆਪਣਾ ਇੱਕ ਸਿਸਟਮ ਇਹ ਬਣਾ ਲਿਆ। ਹੌਲੀ ਹੌਲੀ ਉਹਨੇ 2-3 ਚੀਜ਼ਾਂ ਦੇ ਉੱਤੇ ਆਪਣੀ ਗੌਰਮੈਂਟ ਨਿਰਭਰ ਕਰਦੀ ਹੈ, ਜਿਵੇਂ ਕਿ ਚੋਣ ਕਮਿਸ਼ਨ 'ਤੇ ਕਰਦੀ ਹੈ, ਜਾਂ ਆਪਾਂ ਕਹਿ ਦਿਓ CBI 'ਤੇ ਕਰਦੀ ਹੈ, ਜਾਂ ਆਪਾਂ ਕਹਿ ਦਿੰਦੇ ਹਾਂ ਆਪਣੀ ਕੋਰਟ 'ਤੇ ਕਰਦੀ ਹੈ। ਜਿੰਨਾ ਵੀ ਜਿਹੜੀਆਂ ਇਹ ਚੀਜ਼ਾਂ ਸਾਰੀਆਂ ਦੇ ਜਿਨ੍ਹਾਂ 'ਤੇ ਲੋਕਾਂ ਨੂੰ ਮਾਣ ਹੁੰਦਾ, ਉਹਨਾਂ 'ਤੇ ਸਾਰੀਆਂ 'ਤੇ ਉਹਨਾਂ ਨੇ ਇੱਕ ਕਿਸਮ ਦਾ ਕਬਜ਼ਾ ਕਰ ਲਿਆ। ਕੋਰਟ 'ਤੇ ਵੀ ਉਨਾ ਵਿਸ਼ਵਾਸ ਨਹੀਂ ਲੋਕਾਂ ਨੂੰ ਰਿਹਾ, ਹੁਣ ਬਹੁਤ ਜ਼ਿਆਦਾ ਘਟ ਗਿਆ। ਕੋਰਟਾਂ 'ਤੇ ਵੀ ਨਾ ਕਿਸੇ ਉਹਨਾਂ ਨੂੰ ਇਨਕਮ ਟੈਕਸ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ, ਕਿਉਂਕਿ ਇਹ ਜ਼ਬਰਦਸਤੀ ਸਾਰਿਆਂ ਨੂੰ ਕਿਸੇ ਨੂੰ ਡਰਾ ਕੇ, ਕਿਸੇ ਨੂੰ ਧਮਕਾ ਕੇ, ਕਿਸੇ ਨੂੰ ਆ ਛੋਟੇ ਛੋਟੇ ਕਲਿੱਕ ਬੰਦੇ ਨੇ, ਕਿਸੇ ਨੇ WhatsApp 'ਤੇ ਕਰਤਾ ਛੋਟੇ ਛੋਟੇ ਵੀ ਆਪਾਂ ਪਰਚੇ ਪਾ ਦਿਓ, ਡਰਾ ਕੇ ਵੋਟਾਂ ਲੈ ਲਓ, ਜਾਂ ਹਿੰਦੂ ਤੇ ਸਿੱਖ ਨੂੰ ਲੜਾ ਦਿਓ, ਜਾਂ ਮੁਸਲਮਾਨਾਂ ਤੇ ਸਿੱਖਾਂ 'ਚ ਫਰਕ ਪਾ ਦਿਓ, ਜਾਂ ਸਟੇਟ ਨਾਲ ਸਟੇਟ ਦੀ ਲੜਾਈ ਕਿਵੇਂ ਕਰਨੀ, ਜਿਵੇਂ ਪਾਣੀਆਂ ਦਾ ਮਸਲਾ ਬਣਾ ਦਿਓ। ਉਹ ਜਿੰਨਾ ਹੈ, ਵੈਸੇ ਹਾਲ ਤੱਕ ਮੈਂ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਾ ਵੀ ਉਹਨਾਂ ਦੇ ਉੱਤੇ ਇਹ ਜਿੰਨੀਆਂ ਵੀ ਇਹਨਾਂ ਨੇ ਚਾਲਾਂ ਚੱਲੀਆਂ ਨੇ, ਉਹ ਕਿਤੇ ਵੀ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਵੀ ਉਹ ਕਿਸਾਨਾਂ ਦਾ ਜਿਹੜਾ ਸ਼ਾਂਤਮਈ ਹੈ ਉਹ ਚੱਲਦਾ ਰਿਹਾ। ਠੀਕ ਹੈ, ਥੋੜ੍ਹਾ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਖਰਾਬ ਕਰਨ ਦੀ, ਪਰ ਉਹ ਨਹੀਂ ਹੋਏ। ਅਤੇ ਮੇਰਾ ਖਿਆਲ ਹੈ ਵੀ ਕਿਸਾਨ ਜਿੱਤ ਕੇ ਹੀ ਵਾਪਸ ਆਉਣਗੇ। ਬੜੇ ਉਹ ਜ਼ਬਰਦਸਤ ਆਪਣਾ ਮੂਡ ਬਣਾ ਕੇ ਬੈਠੇ ਨੇ, ਜਿੱਤ ਕੇ ਹੀ ਵਾਪਸ ਆਉਣਗੇ। ਤੁਸੀਂ ਗੱਲ ਕੀਤੀ ਡੈਮੋਕ੍ਰੇਸੀ ਹੈ, ਲੋਕਾਂ ਦੁਆਰਾ ਸਰਕਾਰ ਚੁਣੀ ਗਈ ਹੈ, ਲੋਕਤੰਤਰ ਹੈ, ਅਤੇ ਲੋਕਤੰਤਰ ਦੇ ਵਿੱਚ ਇੱਕ ਸਰਕਾਰ, ਇੱਕ ਹਕੂਮਤ ਜੇਕਰ ਮੈਜੋਰਟੀ ਦੇ ਵਿੱਚ ਪਾਸ ਹੋ ਗਈ, NDA ਕੋਲ ਆਪਣਾ ਬੜਾ ਵੱਡਾ ਇੱਕ ਬਹੁਮਤ ਹੈਗਾ, BJP ਸਰਕਾਰ ਸਾਬਤ ਕਰ ਰਹੀ ਹੈ। ਦੂਜੇ ਪਾਸੇ ਡਿਕਟੇਟਰਸ਼ਿਪ ਕਿਉਂ? ਇਹ ਹਿਟਲਰਸ਼ਾਹੀ ਰਾਜ ਕਿਉਂ? ਵੀ ਜੇਕਰ ਕਾਨੂੰਨ ਕਿਸਾਨਾਂ ਨੂੰ ਪਸੰਦ ਨਹੀਂ ਹੈਗੇ ਤਾਂ ਸਰਕਾਰ ਥੋਪਣਾ ਕਿਉਂ ਚਾਹੁੰਦੀ? ਦੂਜੇ ਪਾਸੇ ਮੀਡੀਆ ਦਾ ਗਲ ਘੁੱਟਣਾ, ਮੀਡੀਆ 'ਤੇ ਅੱਖ ਰੱਖਣੀ, ਇਹ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਇਹ ਲੋਕਤੰਤਰ ਦੀ ਹੱਤਿਆ ਕਿਉਂ? ਅਤੇ ਇਹਦਾ ਹੱਲ ਕੀ ਨਿਕਲੂਗਾ? ਐਕਚੁਅਲੀ ਜਿਹੜਾ ਨਾ ਬਿੱਲ, ਜਿਵੇਂ ਹੁਣ ਬਿੱਲ ਇੱਕ ਲਾਓ ਤੁਸੀਂ, ਪਹਿਲਾਂ ਇਹਦੇ ਬਾਰੇ ਜਦੋਂ ਤੁਸੀਂ ਵਿਚਾਰ ਕਰੋ, ਲੋਕ ਸਭਾ 'ਚ ਪਾਸ ਹੋਇਆ, ਜੋ ਰਾਜ ਸਭਾ 'ਚ ਪਾਸ ਹੋਇਆ ਉਹ ਕਿਵੇਂ ਹੋਇਆ ਤੁਸੀਂ ਸਾਰੇ ਜਾਣੋ, ਤੁਹਾਡੇ ਸਾਹਮਣੇ ਹੋਇਆ। ਉੱਥੇ ਕਿੰਨੀ ਜ਼ਬਰਦਸਤੀ ਇਹਨੂੰ ਗਲਤ ਤਰੀਕੇ ਨਾਲ ਪਾਸ ਕੀਤਾ ਗਿਆ। ਨੰਬਰ 2 ਦੇ ਵਿੱਚ ਜਿਹੜੀ ਇਹ ਨਾ ਸਰਕਾਰ ਹੈ, ਇਹਨੇ ਜਦੋਂ 1 ਲੱਖ ਕੇਸ ਰੋਜ਼ ਆਉਂਦਾ ਸੀ, 90,000 95,000 1 ਲੱਖ ਕੇਸ ਰੋਜ਼ ਕਰੋਨਾ ਦਾ ਆਉਂਦਾ ਸੀ, ਉਸ ਟਾਈਮ ਤੇ ਬਿੱਲ ਪਾਸ ਕਰਤੇ। ਇਹ ਜਦੋਂ 20,000 ਕੇਸ ਆਉਣ ਲੱਗ ਗਏ, ਮਤਲਬ ਘਟ ਗਏ ਕੇਸ, ਤਾਂ ਉਸ ਟਾਈਮ ਇਹਨਾਂ ਨੇ ਸਰਦਰੁੱਤ ਦਾ ਆਪਣਾ ਜਿਹੜੀ ਸੰਸਥਾ ਬੁਲਾਉਣੀ ਸੀ ਉਹ ਵੀ ਨਹੀਂ ਬੁਲਾਈ ਇਹਨਾਂ ਨੇ। ਉਹਦੇ ਵਿੱਚੋਂ ਅੱਗੇ ਪਾਤੀ ਵੀ ਕਰੋਨਾ ਜੀ, ਹੁਣ ਕਰੋਨੇ ਦੇ ਆੜ ਦੇ ਵਿੱਚ ਹੀ ਇਹਨਾਂ ਨੇ ਅੱਗੇ ਪਿੱਛੇ ਕਰਦੇ ਰਹੇ, ਉਹ ਵੀ ਇਹਨਾਂ ਦਾ ਸੀ। ਬਾਕੀ ਜਿਹੜੀ ਇਹ ਪਲੈਨਿੰਗ ਹੈ ਨਾ, ਇਹ ਪਹਿਲਾਂ ਬਿੱਲਾਂ ਦੀ ਪਹਿਲਾਂ ਬਣ ਚੁੱਕੀ ਸੀ। ਇਹ ਮੇਰੇ ਹਿਸਾਬ ਨਾਲ 2-3 ਸਾਲ ਪਹਿਲਾਂ ਉਹ ਕਹਿ ਚੁੱਕੇ ਤੇ ਇਸ ਜਿਹੜੇ ਵੀ ਬਿਜ਼ਨਸਮੈਨ ਨੇ ਵੀ ਤੁਹਾਨੂੰ ਇਹ ਕੰਮ ਦੇਣੇ ਨੇ, ਵੀ ਤੁਸੀਂ ਆਪਣੀਆਂ ਤਿਆਰੀਆਂ ਕਰ ਲਓ। ਉਹ ਉਹਨਾਂ ਨੇ ਪਹਿਲਾਂ ਹੀ ਤਿਆਰੀਆਂ ਕੀਤੀਆਂ ਹੋਈਆਂ ਨੇ। ਲੋਕਾਂ ਨੂੰ ਪਤਾ ਸਾਰੇ ਸਟੇਟਾਂ ਦੇ ਵਿੱਚ ਕਿੱਥੇ ਉਹਨਾਂ ਨੇ ਕਿਵੇਂ ਜ਼ਮੀਨਾਂ ਲਈਆਂ ਨੇ, ਕਿਵੇਂ ਉਹਨਾਂ ਨੂੰ ਸਸਤੇ ਰੇਟ 'ਤੇ ਜ਼ਮੀਨਾਂ ਦਿੱਤੀਆਂ ਨੇ। ਉਹਨਾਂ ਨੇ ਆਪਣੇ ਕੰਮ ਸ਼ੁਰੂ ਕਰਤੇ, ਅਤੇ ਹੁਣ ਉਹ ਪਿੱਛੇ ਮੁੜਨਾ ਬਹੁਤ ਔਖਾ ਲੱਗਦਾ। ਉਹ ਕੁਛ 2-3 ਘਰਾਣਿਆਂ ਨੂੰ ਹੀ ਉਹ ਮੇਰੇ ਹਿਸਾਬ ਦੇ ਵਿੱਚ ਦੇਣਾ ਚਾਹੁੰਦੇ ਨੇ। ਇਹ ਗੋਦੀ ਮੀਡੀਆ, ਉਹਦੇ 'ਤੇ ਵੀ ਉਹਨੇ ਵੀ ਜੋ ਚੌਥਾ ਥੰਮ ਹੈ ਸਾਡਾ, ਉਹ ਬਹੁਤ ਜ਼ਿਆਦਾ ਮਾੜਾ ਰੋਲ ਅਦਾ ਕਰ ਰਿਹਾ। ਮੈਂ ਚਾਹੁੰਦਾ, ਬਹੁਤ TV ਚੈਨਲ ਚੰਗੇ ਵੀ ਨੇ, ਪਰ ਜੇ ਕੁਛ ਕੁ ਚੈਨਲ ਨੇ ਜਿਹੜੇ ਬਿਲਕੁਲ ਹੀ ਇੱਕੋ ਹੀ ਭਾਸ਼ਾ ਬੋਲਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜਿਹੜਾ ਮੀਡੀਆ ਉਹ ਪਬਲਿਕ ਦੀ ਅੱਖ ਹੁੰਦਾ, ਜੇ ਜੋ ਪਬਲਿਕ ਦੇ ਵਿੱਚ ਦੇਖਦਾ ਉਹ ਆ ਕੇ ਉਹਨਾਂ ਨੂੰ ਸਾਹਮਣੇ ਲੈ ਕੇ ਆਉਣਾ ਚਾਹੀਦਾ। ਵੀ ਇਸ ਤਰ੍ਹਾਂ ਨਹੀਂ ਵੀ ਜੋ ਸਰਕਾਰ ਨੇ ਕਹਿਤਾ ਵੀ ਉਹੀ ਲੈ ਕੇ ਆਉਣ, ਇਹ ਮਾੜੀਆਂ ਨੀਤੀਆਂ ਨੇ। ਜਿਵੇਂ ਰਾਜਨਾਥ ਸਿੰਘ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਬਿਆਨ ਆਇਆ ਸੀ ਉਹਨਾਂ ਦਾ ਕਿ ਅਸੀਂ 2 ਸਾਲ ਲਈ ਇਹਨਾਂ ਖੇਤੀ ਕਾਨੂੰਨ ਨੂੰ ਲਾਗੂ ਕਰ ਲੈਂਦੇ ਹਾਂ। ਜੇਕਰ ਰਿਜ਼ਲਟ ਪੋਜ਼ੀਟਿਵ ਹੋਏ, ਕਿਸਾਨਾਂ ਦੀ ਆਮਦਨ ਦੁੱਗਣੀ ਹੋਈ, ਤਾਂ ਫਿਰ ਤਾਂ ਅਸੀਂ ਕਾਨੂੰਨ ਅਸੀਂ ਰੱਖ ਲਾਂਗੇ, ਨਹੀਂ ਇਹ ਕਾਨੂੰਨ ਅਸੀਂ ਰੱਦ ਕਰ ਦੇਵਾਂਗੇ। ਕੁਝ ਦਿਨਾਂ ਬਾਅਦ ਫਿਰ ਉਹਨਾਂ ਦਾ ਬਿਆਨ ਆਉਂਦਾ ਕਿ 1.5 ਸਾਲ ਲਈ ਇਹਨਾਂ ਕਾਨੂੰਨ ਹੋਲਡ ਕਰ ਦਿੰਦੇ ਹਾਂ। ਇਹ ਕਾਨੂੰਨ ਰੱਦ ਕਰਨੇ, ਇਹ ਕਾਨੂੰਨ ਹੋਲਡ ਕਰਨੇ, ਇਹ BJP ਦਾ ਪੈਮਾਨਾ ਕੀ ਹੈ? ਇਹ ਹੋਲਡ ਕਰਨਾ, ਇਹ ਨਾ ਇੱਕ ਵਾਰ ਜਿਹੜਾ ਸੰਘਰਸ਼ ਹੈ ਉਹਨੂੰ ਪੱਟਣਾ, ਵੀ ਇਹ ਕੇਰਾਂ ਇੱਥੋਂ ਉੱਠ ਕੇ ਚਲੇ ਜਾਣ,
ਤਾਂ ਉਸ ਤੋਂ ਬਾਅਦ ਇਹ ਦੁਬਾਰਾ ਕਈ ਵਾਰ ਉਹ ਸੰਘਰਸ਼ ਜਿੱਥੋਂ ਤੱਕ ਉਹ ਲਹਿਰ ਪਹੁੰਚ ਚੁੱਕੀ ਹੈ ਨਹੀਂ ਪਹੁੰਚਦਾ, ਉਹਨੂੰ ਇਹ ਇੱਕ ਵਾਰ ਤੋੜਨ ਵਾਸਤੇ ਉਹਨੂੰ ਪਾ ਦੇਣਗੇ। ਇਹ ਤਾਂ ਉਹ ਗੱਲ ਹੋ ਗਈ ਨਾ, ਬੰਦੇ ਨੂੰ ਫਾਂਸੀ ਦੇਣੀ ਹੈ ਵੀ ਤੈਨੂੰ ਅੱਜ ਨਹੀਂ ਦੇਣੀ ਆ, 1.5 ਸਾਲ ਠਹਿਰ ਕੇ ਦੇਣੀ ਹੈ। ਇੱਕ ਜਿਹੜਾ ਹੈ ਬੀਜੇਪੀ ਦੇ ਉੱਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵਿਸ਼ਵਾਸ ਨਹੀਂ ਰਿਹਾ, ਜੋ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਤੋਂ ਖਰੇ ਨਹੀਂ ਉਤਰੇ, ਇਸ ਕਰਕੇ ਉਹਨਾਂ ਨੂੰ ਵਿਸ਼ਵਾਸ ਨਹੀਂ ਰਿਹਾ। ਇਹ ਬੇਵਿਸ਼ਵਾਸ ਕਰਕੇ ਉਹਨਾਂ ਤੇ ਵਿਸ਼ਵਾਸ ਹੀ ਨਹੀਂ, ਜਦੋਂ ਬਸ ਉਹ ਕੀ ਉਹਨੂੰ 1.5 ਸਾਲ ਕਰਨ ਜਾਂ 2 ਸਾਲ ਕਰਨ, ਉਹਨੂੰ ਬਿਲੇ ਪਸੰਦ ਨਹੀਂ। ਇੱਕ ਤੁਸੀਂ ਇਹ ਦੇਖੋ, ਮੈਨੂੰ ਸਭ ਤੋਂ ਵੱਡੀ ਲੱਗ ਰਹੀ ਹੈ ਗੱਲ, ਕੋਈ ਵੀ ਗੌਰਮੈਂਟ ਕਹਿੰਦੀ ਹੈ ਵੀ ਇਹ ਅਸੀਂ ਚੀਜ਼ ਤਾਂ ਨਹੀਂ ਦੇ ਸਕਦੇ, ਸਾਡੇ ਕੋਲ ਪੈਸਾ ਨਹੀਂ, ਜਾਂ ਇਸ ਨਾਲ ਸਾਡੇ ਇੰਡੀਆ ਨੂੰ ਇਹ ਨੁਕਸਾਨ ਹੋਣਾ, ਅਸੀਂ ਤਾਂ ਨਹੀਂ ਦੇ ਸਕਦੇ। ਕਿਸਾਨ ਤਾਂ ਕੋਈ ਪੈਸਾ ਨਹੀਂ ਮੰਗ ਰਿਹਾ, ਕੋਈ ਪ੍ਰੋਜੈਕਟ ਨਹੀਂ ਮੰਗ ਰਿਹਾ, ਉਹ ਤਾਂ ਆਪਣਾ ਐਂ ਕਹਿੰਦੇ ਨੇ ਜਿਵੇਂ ਅਸੀਂ ਜੀਨੇ ਉਵੇਂ ਜੀ ਲੈਣ ਦਿਓ ਸਾਨੂੰ, ਉਹਨਾਂ ਨੂੰ ਉਵੇਂ ਵੀ ਜੀਣ ਨਹੀਂ ਦਿੱਤਾ ਜਾ ਰਿਹਾ। ਸਰਕਾਰਾਂ ਦੇ ਉੱਤੇ ਅੱਖਰ ਦਬਾਅ ਕਿਹੜੇ ਨੇ ਕਿ ਕਾਰਪੋਰੇਟ ਹਾਊਸ ਸਰਕਾਰ ਉੱਤੇ ਇੰਨੀ ਭਾਰੀ ਹੋ ਗਈ ਕਿ ਲੱਖਾਂ ਕਿਸਾਨ ਅੰਦੋਲਨ ਕਰ ਰਹੇ ਨੇ, ਪਰ ਬੀਜੇਪੀ ਸਰਕਾਰ ਪਿੱਛੇ ਮੁੜਨ ਨੂੰ ਹਾਲਾਂਕਿ ਤਿਆਰ ਨਹੀਂ ਹੈ। ਦੂਜੇ ਪਾਸੇ ਚਾਹੇ ਤੁਸੀਂ ਸੂਬੇ ਦੀ ਗੱਲ ਕਰ ਲਓ, ਪੰਜਾਬ ਦੀ ਗੱਲ ਕਰ ਲਓ, ਇੱਥੇ ਵੀ ਅੰਬਾਨੀ ਅਡਾਨੀ ਦੇ ਪੰਜਾਬ ਦੇ ਵਿੱਚ ਸ਼ੈਲੋ ਬਣਨੇ, ਅਤੇ ਉਸ ਤੋਂ ਬਾਅਦ ਪ੍ਰਾਈਵੇਟ ਰੇਲਵੇ ਲਾਈਨ ਕੱਢੀ ਜਾਣੀ ਜੋ ਸ਼ੈਲੋ ਨੂੰ ਜੋੜਦੀ ਹੈ ਸਾਰਿਆਂ ਨੂੰ, ਅਤੇ ਇਹ ਉਦਯੋਗਪਤੀਆਂ ਦੇ ਐਡੇ ਦਬਾਅ ਕਿਹੜੇ ਨੇ ਕਿ ਬੀਜੇਪੀ ਸਰਕਾਰ ਇਹਨਾਂ ਤੋਂ ਪਿੱਛੇ ਨਹੀਂ ਮੁੜਦੀ ਹੈ। ਦੇਖੋ, ਇੱਕ ਤਾਂ ਪੱਕਾ ਹੀ ਹੈ ਵੀ ਆਪਾਂ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਇੰਡੀਆ ਦੇ ਵਿੱਚ ਜਿੰਨਾ ਖਰਚਾ ਕਰਦੇ ਨੇ, ਉਹ ਤੁਸੀਂ ਵੀ ਸਾਰੇ ਜਾਣਦੇ ਹੋ, ਪਬਲਿਕ ਵੀ ਜਾਣਦੀ ਹੈ, ਉਹੀ ਘਰਾਣੇ ਨੇ ਜਿਹੜੇ ਟੋਟਲ ਖਰਚਾ ਇਹ ਕਰਦੇ ਨੇ, ਜਿਹੜਾ ਕਰੋੜਾਂ ਰੁਪਈਏ ਕੋਈ ਇਹਦਾ ਖਰਚਾ ਇਲੈਕਸ਼ਨ ਦਾ ਜਿਹੜਾ ਉਹ ਕਰਦੇ ਨੇ। ਬਾਕੀ ਕੁਝ ਗੱਲਾਂ ਨਾ ਇਹ ਲੱਗਦੀਆਂ ਜਿਵੇਂ ਸਮਝ ਤੋਂ ਬਾਹਰ ਲੱਗਦੀਆਂ ਨੇ। ਪੋਲੀਟੀਕਲ ਬੰਦਾ ਕਦੇ ਵੀ ਕੋਈ ਜਿਵੇਂ ਹੁਣ ਅੰਦੋਲਨ 'ਚ ਬੈਠੇ ਨੇ, ਉਹਨਾਂ ਨੂੰ ਆਪਾਂ ਨੇ ਸ਼ਾਂਤ ਕਰਨਾ ਹੈ, ਉਹਨਾਂ ਦੇ ਨਾਲ ਆਪਾਂ ਸਹਿਮਤ ਹੋਣਾ ਹੈ, ਉਹਨਾਂ ਨੂੰ ਵਾਪਸ ਕੁਝ ਮੋੜਨਾ ਹੈ ਜਾਂ ਉਹਨਾਂ ਨੂੰ ਘੱਟ ਵੱਧ ਉਹਨਾਂ ਨਾਲ ਆਪਾਂ ਨੇ ਬੈਠ ਕੇ ਡੀਲਿੰਗ ਕਰਨੀ ਹੈ। ਉਹਦੀ ਬਜਾਏ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹੀ ਜਾਂਦੇ ਨੇ, ਤੁਸੀਂ ਅੱਤਵਾਦੀ ਹੋ, ਤੁਸੀਂ ਵੱਖਵਾਦੀ ਹੋ, ਤੁਸੀਂ ਟੁਕੜੇ ਗੈਂਗ ਹੋ, ਕਿੰਨੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ। ਉਹ ਸਾਰੇ ਲਾਉਣ ਉਹਨਾਂ ਦੇ ਵਿੱਚ ਇੱਕ ਰੋਸ ਹੋਰ ਭਰ ਰਿਹਾ। ਉਹਦੇ ਨਾਲ ਤੁਸੀਂ ਦੇਖਿਆ ਹੋਣਾ, ਪਹਿਲਾਂ ਇਹਨੂੰ ਪੰਜਾਬ ਦਾ ਮਸਲਾ ਕਹਿੰਦੇ, ਫਿਰ ਹਰਿਆਣੇ ਦਾ ਵੀ ਨਾਲ ਬਣ ਗਿਆ, ਫਿਰ ਯੂਪੀ ਦਾ ਵੀ ਬਣ ਗਿਆ, ਉੱਤਰਾਖੰਡ ਦਾ ਵੀ ਬਣ ਗਿਆ, ਹੁਣ ਰਾਜਸਥਾਨ ਦਾ ਵੀ ਬਣ ਗਿਆ, ਪੰਚਾਇਤਾਂ ਇਕੱਠੀਆਂ ਹੋ ਰਹੀਆਂ ਨੇ, ਕਿੰਨੀਆਂ ਸਟੇਟਾਂ ਦੇ ਅੱਗੇ ਵੱਧ ਰਿਹਾ ਇਹ। ਕੇਰਲਾ ਦੇ ਜਦੋਂ ਹੁਣ ਬੰਦ ਦਾ ਸੱਦਾ ਦਿੰਦੇ ਆ, ਅੰਦੋਲਨ ਦੇ ਵਿੱਚੋਂ ਦਿੱਤਾ ਜਾਂਦਾ ਹੈ, ਤਾਂ ਮੇਰੇ ਖਿਆਲ 22-24 ਸਟੇਟਾਂ ਬਿਲਕੁਲ ਬੰਦ ਹੁੰਦੀਆਂ ਨੇ। ਇੱਥੋਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਰੇ ਇਹ ਭਾਵੇਂ ਉੱਥੇ ਦੂਰੋਂ ਆਉਣ ਕਰਕੇ ਕਿਸਾਨ ਇੰਨੀ ਗਰੀਬੀ ਦੀ ਰੇਖਾ 'ਚ ਵੀ ਚਲੇ ਗਿਆ, ਜਿਵੇਂ ਬਿਹਾਰ ਦੇ ਲੋਕ ਨਹੀਂ ਆ ਸਕਦੇ, ਬਹੁਤ ਇਹੀਆਂ ਸਟੇਟਾਂ ਪਈਆਂ ਨੇ ਜਿੱਥੋਂ ਗਰੀਬ ਕਿਸਾਨ MP ਤੋਂ ਬਹੁਤ ਘੱਟ ਆ ਸਕਦਾ। ਉਹ ਵੀ ਪਰ ਉਹ ਆਪਣਾ ਜਦੋਂ ਸੜਕ ਰੋਕਣਾ ਹੈ ਜਾਂ ਕੋਈ ਹੋਰ ਉਹ ਅੰਦੋਲਨ ਵਿੱਚ ਦਿੰਦੇ ਨੇ, ਆਪਣਾ ਕੋਈ ਵੀ ਉਹਨਾਂ ਨੂੰ ਉੱਪਰੋਂ ਆਦੇਸ਼ ਜਾਂਦੇ ਨੇ ਇਹਨਾਂ ਦੇ, ਤਾਂ ਉਹਦੇ 'ਚੋਂ ਪੂਰਾ ਸਾਥ ਦਿੰਦੇ ਨੇ। ਉੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਇਹ ਇੰਡੀਆ ਲੈਵਲ ਦਾ ਇੱਕ ਜਨ ਅੰਦੋਲਨ ਬਣ ਗਿਆ, ਵੀ ਇਹ ਕੋਈ ਨਾ ਕੋਈ ਇਹ ਜਾਗਰਤੀ ਲੈ ਕੇ ਆਏਗਾ। ਟਵਾਣਾ ਜੀ, ਇੱਕ ਮੇਰਾ ਆਖਰੀ ਸਵਾਲ ਕਿ ਤੁਸੀਂ ਕਿਹਾ ਦਿੱਲੀ ਦੇ ਵਿੱਚ ਬੈਠੇ ਲੋਕਾਂ ਦਾ ਉਹ ਜਨ ਅੰਦੋਲਨ ਬਣ ਗਿਆ, ਲੋਕ ਮਨਾਂ ਦੀ ਲੜਾਈ ਬਣ ਗਈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਇਹ ਅੰਦੋਲਨ ਜਦੋਂ ਪੰਜਾਬ ਵਾਪਸੀ ਕਰੂਗਾ ਤਾਂ ਫਿਰ ਇਹ ਪੰਜਾਬ ਦੀ ਸਿਆਸਤ ਉੱਤੇ ਪ੍ਰਭਾਵ ਕਿੰਨਾ ਕੁ ਛੱਡੂਗਾ? ਬਹੁਤ ਵੱਡਾ ਪ੍ਰਭਾਵ ਛੱਡੇਗਾ ਜੀ। ਇਹ ਜਿਹੜਾ ਅੰਦੋਲਨ ਹੈ, ਮੈਂ ਪੋਲੀਟੀਕਲ ਤੋਂ ਇੱਕ ਹਟ ਕੇ ਗੱਲ ਕਰ ਰਿਹਾ ਤੁਹਾਡੇ ਨਾਲ, ਵੀ ਜਿਹੜਾ ਇਹ ਅੰਦੋਲਨ ਹੈ ਇਹਦੇ ਵਿੱਚ ਸਾਡੀ ਪਾਰਟੀ ਨੂੰ ਵੀ ਨਹੀਂ ਬੈਠਣ ਦਿੱਤਾ ਜਾਂਦਾ, ਵੜਨ ਨਹੀਂ ਦਿੱਤਾ ਜਾਂਦਾ, ਹੋਰ ਕਿਸੇ ਪਾਰਟੀ ਨੂੰ ਵੜਨ ਦਿੱਤਾ ਜਾਂਦਾ। ਇਹ ਆਪਣਾ ਕਿਸਾਨਾਂ ਦਾ, ਉਹਦੇ 'ਚ ਜਾਂ ਇਹ ਕਹਿ ਲਈ ਵੀ ਸਾਰੀਆਂ ਪਾਰਟੀਆਂ ਦੇ ਲੋਕ ਬੈਠੇ ਨੇ, ਕਿਉਂਕਿ ਉਹ ਖੇਤੀਬਾੜੀ ਨਾਲ ਸੰਬੰਧਿਤ ਨੇ, ਸਾਰੇ ਲੋਕ ਬੈਠੇ ਨੇ। ਉਹ ਜਦੋਂ ਇਹ ਕਿਸਾਨ ਮੋਰਚਾ ਜਿੱਤ ਕੇ ਆਉਂਦੇ ਨੇ, ਕਿਸਾਨ ਜਿਹੜਾ ਮੋਰਚਾ ਜਿੱਤ ਕੇ ਆਉਂਦੇ, ਜਾਂ ਤਾਂ ਕਿਸਾਨ ਆ ਕੇ ਇਹ ਸੋਚਣਗੇ ਵੀ ਕਿਸਾਨੀ ਬਾਰੇ ਕਿਹੜੀ ਪਾਰਟੀ ਸੋਚਦੀ ਹੈ, ਜਾਂ ਪਿੱਛੋਂ ਕਿਹਨੇ ਸੋਚਿਆ ਪਹਿਲਾਂ, ਇਹ ਆਪਣਾ ਰੁਖ ਕਿੱਧਰ ਨੂੰ ਲੈ ਕੇ ਜਾਂਦੇ ਨੇ। ਇਹ ਜਿਸ ਪਾਸੇ ਨੂੰ ਕਿਸਾਨ ਕੋਈ ਜਾਏ ਆਪਣੇ ਆਪ ਖੁੱਲ੍ਹਾ ਛੱਡ ਦੇਣਗੇ ਵੀ ਜਿਹਨੇ ਜਿੱਧਰ ਮਰਜ਼ੀ ਵੋਟ ਪਾਉਣੀ ਹੈ ਉੱਧਰ ਪਾਓ, ਇਹ ਉਹਨਾਂ 'ਤੇ ਡਿਪੈਂਡ ਕਰਦਾ ਹੈ। ਪਰ ਮੇਰੇ ਹਿਸਾਬ ਨਾਲ ਜਦੋਂ ਇਹ ਉੱਧਰੋਂ ਆਉਣਗੇ ਤਾਂ ਜਿੱਤ ਕੇ, ਤਾਂ ਇਹ ਕੁਛ ਨਾ ਕੁਛ ਹਲਚਲ ਜਿਹੜੀ ਹੈ ਰਾਜਨੀਤੀ ਦੇ ਵਿੱਚ ਹੋਏਗੀ। ਟਵਾਣਾ ਜੀ, ਇੱਕ ਗੱਲ ਹੋਰ, ਤੁਸੀਂ ਕਿਹਾ ਕਿ ਵੀ ਸਾਡੀ ਪਾਰਟੀ ਨੂੰ ਅੰਦੋਲਨ ਦੇ ਵਿੱਚ ਜਾਣ ਨਹੀਂ ਦਿੱਤਾ ਜਾਂਦਾ, ਉਹ ਕਿਸੇ ਨੂੰ ਵੀ ਅਲਾਉ ਨਹੀਂ ਕਰ ਰਹੇ ਹੈਗੇ ਜਾਣ ਦਾ। ਇਹ ਆਖਰ ਦੇ ਵਿੱਚ ਕਾਰਨ ਕੀ ਬਣ ਗਏ ਕਿ ਪੰਜਾਬ ਦੇ ਸਿਆਸਤਦਾਨ ਲੋਕ ਮਨਾਂ ਤੋਂ ਉਤਰ ਗਏ? ਲੋਕ ਮਨਾਂ ਤੋਂ ਨਹੀਂ ਉਤਰੇ ਜੀ। ਜਦੋਂ ਜੇ ਇਹ ਪੋਲੀਟੀਕਲ ਬੰਦੇ ਨੂੰ ਵਿੱਚ ਬੁਲਾ ਵੀ ਲੈਣ ਕਿਸੇ ਨੂੰ, ਮੰਨ ਲਓ ਹੈ ਨਾ ਵੀ ਇਹ ਸਾਡੇ ਲਈ ਕੋਈ ਫਾਇਦੇਮੰਦ ਗੱਲ ਕਰਦਾ, ਫਿਰ ਨਾ ਬੀਜੇਪੀ ਦੇ ਕੋਲ ਇੱਕੋ ਇੱਕ ਗੱਲ ਹੈ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਨੂੰ ਚੱਕੀ ਫਿਰਦੀਆਂ ਨੇ। ਵਿਰੋਧੀ ਪਾਰਟੀਆਂ ਦੀਆਂ ਹੁਣ ਵੀ ਕਹਿ ਰਹੇ ਨੇ, ਵਿਰੋਧੀ ਪਾਰਟੀਆਂ ਵੱਲੋਂ ਇਹਨਾਂ ਨੂੰ ਭੇਜਿਆ ਜਾ ਰਿਹਾ, ਵਿਰੋਧੀ ਪਾਰਟੀਆਂ ਵੱਲੋਂ ਇਹ ਭੇਜਿਆ ਜਾ ਰਿਹਾ। ਇੱਕ ਤਾਂ ਉਸ ਚੀਜ਼ ਤੋਂ ਬਚਣਾ ਚਾਹੁੰਦੇ ਨੇ, ਇੱਕ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਤੋਂ ਉਹਨਾਂ ਨੂੰ ਨਾਰਾਜ਼ਗੀ ਹੈਗੀ ਹੈ। ਆਪਣੇ ਤੇ ਹੀ ਹੁੰਦੀ ਹੈ ਨਾਰਾਜ਼ਗੀ ਵੀ, ਕਿਸੇ ਨਾ ਕਿਸੇ ਪੱਖ ਤੋਂ ਹੁੰਦੀ ਹੈ। ਜਿਵੇਂ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਜਿੰਨਾ ਅਕਾਲੀ ਦਲ ਨੇ ਬਹੁਤ ਕੰਮ ਕੀਤੇ ਨੇ, ਹੋਰ ਕਿਸੇ ਪਾਰਟੀ ਨੇ ਉਹਨੇ ਕੰਮ ਨਹੀਂ ਕੀਤੇ। ਮੈਨੂੰ ਵਿਸ਼ਵਾਸ ਹੈ ਵੀ ਵਾਪਸ ਆ ਕੇ ਵੀ ਹੋ ਸਕਦਾ ਉਹ ਅਕਾਲੀ ਦਲ ਦਾ ਜ਼ਿਆਦਾ ਪੱਖ ਪੂਰਨ, ਪਰ ਇਹ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਸੋ ਟਵਾਣਾ ਜੀ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਦਰਸ਼ਕੋ, ਇਹ ਸਨ ਸਾਡੇ ਨਾਲ ਜਸਵੰਤ ਸਿੰਘ ਟਵਾਣਾ, ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਤੇ ਬੜੇ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ। ਇਹਨਾਂ ਨੇ ਕਿਹਾ ਕਿ ਵੀ ਸਾਡੀ ਪਾਰਟੀ ਨੂੰ ਵੀ ਧਰਨ ਦੇ ਵਿੱਚ ਅਲਾਉ ਨਹੀਂ ਕੀਤਾ ਗਿਆ। ਹਾਲਾਂਕਿ ਕਿਸਾਨਾਂ ਵੱਲੋਂ ਕਿਸੇ ਵੀ ਪਾਰਟੀ ਨੂੰ ਮਨਾਹੀ ਹੈ ਕਿ ਕੋਈ ਵੀ ਪਾਰਟੀ 'ਤੇ ਆ ਕੇ ਬੈਠ ਸਕਦਾ। ਪਹਿਲਾਂ ਜਦੋਂ ਇਹ ਅੰਦੋਲਨ ਪੰਜਾਬ ਦੇ ਵਿੱਚ ਸੀ ਉਦੋਂ ਕਿਸਾਨਾਂ ਦਾ ਕਹਿਣਾ ਸੀ, ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੋ ਸਿਆਸੀ ਲੀਡਰ ਨੇ, ਪੋਲੀਟੀਕਲ ਲੀਡਰ ਨੇ, ਜੋ ਆ ਕੇ ਸਾਡੇ ਧਰਨ ਦੇ ਵਿੱਚ ਬੈਠ ਸਕਦੇ ਨੇ। ਉਸ ਤੋਂ ਬਾਅਦ ਬਿਲਕੁਲ ਸਿਆਸਤ ਦਾ ਬਾਈਕਾਟ ਕੀਤਾ ਗਿਆ ਕਿ ਅਸੀਂ ਆਪਣੇ ਅੰਦੋਲਨ ਦੇ ਵਿੱਚ ਸ਼ਾਮਲ ਨਹੀਂ ਹੋਣ ਦੇਣਾ। ਖੈਰ, ਕੋਈ ਨਾਰਾਜ਼ਗੀ ਹੋ ਸਕਦੀ ਹੈ। ਤੇ ਦੂਜੇ ਪਾਸੇ ਜੋ ਅੰਦੋਲਨ ਹੈ, ਅੰਦੋਲਨ ਆਪਣੇ ਸਿਖਰ ਉੱਤੇ ਹੈ, ਅੰਦੋਲਨ ਆਪਣੇ ਜੋਬਨ ਉੱਤੇ ਹੈ। ਬੀਜੇਪੀ ਸਰਕਾਰ ਅੜੀ ਹੋਈ ਹੈ। ਬੀਜੇਪੀ ਸਰਕਾਰ ਕਹਿੰਦੀ ਕਿ ਇਹ ਕਾਨੂੰਨ ਅਸੀਂ ਖਾਰਜ ਨਹੀਂ ਕਰਨੇ, ਅਸੀਂ ਅਮੈਂਡਮੈਂਟ ਕਰ ਦਿੰਦੇ ਹਾਂ, ਸੋਧ ਕਰਨੇ ਆ। ਜਿੰਨੀ ਮੀਟਿੰਗਾਂ ਹੋਈਆਂ ਸੀ, ਹਰ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਨਿਕਲ ਕੇ ਆਈ ਸੀ। ਦੂਜੇ ਪਾਸੇ ਕਾਨੂੰਨਾਂ ਲੈ ਕੇ ਕਿਸਾਨ ਆਗੂਆਂ ਦਾ ਕਹਿਣਾ, ਕਿਸਾਨਾਂ ਦਾ ਕਹਿਣਾ, ਤਮਾਮ ਕਿਸਾਨਾਂ ਦਾ ਕਹਿਣਾ ਜੋ ਉੱਥੇ ਬੈਠੇ ਨੇ ਕਿ ਅਸੀਂ ਉਦੋਂ ਤੱਕ ਨਹੀਂ ਉੱਠਾਂਗੇ ਜਦੋਂ ਤੱਕ ਬੀਜੇਪੀ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ। ਅੱਗੇ ਇਸ ਮਸਲੇ ਦੇ ਵਿੱਚ ਕੀ ਅਪਡੇਟ ਹੋਊਗੀ, ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ। ਕੈਮਰਾਮੈਨ ਅਤੁਲ ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ।